ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਾਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਗੁਆਰੇ ਰੀ ਮਹੱਲਾ ਪਹਿਲਾ। ਨਾ ਮਨ ਮਰੈ ਨਾ ਕਾਰਜ ਹੋਏ ਮਨ ਬਸ ਦੂਤਾਂ ਦੁਰਮਤ ਖੋਏ। ਨਾ ਮਨ ਮਰੈ ਨਾ ਕਾਰਜ ਹੋਏ ਮਨ ਬਸ ਦੂਤਾਂ ਦੁਰਮਤ ਦੋਏ। ਮਨ ਮਾਨੈ ਗੁਰ ਤੇ ਇਕ ਹੋਏ ਨਿਰਗੁਣ ਰਾਮ ਗੁਣ ਹੋ ਵਸ ਹੋਏ। ਆਪ ਨਿਵਾਰ ਵਿਚਾਰੇ ਸੋਏ ਰਹਾਉ। ਮਾਨ ਭੂਲੋ ਬਹੁ ਚਿਤੈ ਵਿਕਾਰ ਮਨ ਭੂਲੋ ਸਿਰ ਆਵੈ ਭਾਰ। ਮਨ ਮਾਨੈ ਹਰਿ ਏਕੰਕਾਰ ਮਨ ਭੂਲੋ ਮਾਇਆ ਘਰ ਜਾਏ। ਕਾਮ ਬਿਰੁਧੋ ਰਹੈ ਨਾ ਠਾਏ ਹਰਿ ਭਜ ਪ੍ਰਾਣੀ ਰਸਨ ਰਸਾਏ। ਹੈਵਰ ਗੈਵਰ ਹੈਵਰ ਕੰਚਨ ਸੁਤ ਨਾਰੀ ਬਹੁ ਚਿੰਤਾ ਪੇੜ ਚਾਲੈ ਹਾਰੀ। ਜੂਐ ਖੇਲਣ ਕਾਚੀ ਸਾਰੀ। ਗੈਵਰ ਹੈਵਰ ਕੰਚਨ ਸੁਤ ਨਾਰੀ ਬਹੁ ਚਿੰਤਾ ਪਿੜ ਚਾਲੈ ਹਾਰੀ। ਜੂਐ ਖੇਲਣ ਕਾਚੀ ਸਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੀ ਲੋਕ ਪਰਲੋਕ ਦੇ ਰਾਖੇ ਜਾਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਕਿ
ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ, ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਗੁਰੂ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ, ਗੁਰੂ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਰਾਗ ਦੇ ਅੰਦਰ ਅਸ਼ਟਪਦੀਆਂ। ਗੌੜੀ ਗਵਾਰੇਰੀ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਹੈ। ਅਸ਼ਟਪਦੀਆਂ ਦੇ ਵਿੱਚ ਕਿ ਅਸ਼ਟਪਦੀਆਂ ਭਾਵ 8 ਪਦਿਆਂ ਵਾਲੇ ਸ਼ਬਦ ਹਨ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ। ਗੌੜੀ ਰਾਗ ਦੇ ਅੰਦਰ ਗਵਾਰੇਰੀ ਜਾਤੀ ਦੇ ਅੰਦਰ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਸਮਝਾ ਰਹੇ ਹਨ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਿੱਧ ਪੁੱਛਣ ਲੱਗੇ ਕਿ ਸਤਿਗੁਰੂ ਜੀ ਨੂੰ ਕਹਿਣ ਲੱਗੇ ਸਿੱਧ ਕਿ ਮਹਾਰਾਜ ਜੀ ਇਹ ਗਿਆਨ ਕਿਉਂ ਨਹੀਂ ਪ੍ਰਾਪਤ ਹੁੰਦਾ। ਸਿੱਧ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ ਕਿ ਮਹਾਰਾਜ ਜੀ ਇਹ ਜਿਹੜਾ ਗਿਆਨ ਹੈ ਇਹ ਕਿਉਂ ਨਹੀਂ ਪ੍ਰਾਪਤ ਹੁੰਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਦੋਂ ਸਿੱਧਾਂ ਨੇ ਪੁੱਛਿਆ ਤਾਂ ਮਹਾਰਾਜ ਜੀ ਨੇ ਬਾਣੀ ਦੁਆਰਾ ਸਿੱਧਾਂ ਨੂੰ ਸਮਝਾਉਣਾ ਕੀਤਾ ਕਿ ਇਹ ਗਿਆਨ ਪ੍ਰਾਪਤ ਕਿਉਂ ਨਹੀਂ ਹੁੰਦਾ, ਕਿਸ ਕਾਰਨ ਕਰਕੇ ਨਹੀਂ ਹੁੰਦਾ। ਮਹਾਰਾਜ ਜੀ ਕਹਿਣ ਲੱਗੇ ਨਾ ਮਨ ਮਰੈ ਨਾ ਕਾਰਜ ਹੋਏ। ਕਹਿਣ ਲੱਗੇ ਹੇ ਸਿੱਧੋ, ਜਿੰਨਾ ਚਿਰ ਤੱਕ ਮਨ ਦਾ ਮੰਦਾ ਸੁਭਾਅ ਨਹੀਂ ਮਰਦਾ, ਜਿਹੜਾ ਹਿਰਦਾ ਅੰਤਸ ਕਰਨਾ ਮਨ ਹੈ ਕਿ ਇਸ ਦਾ ਜਿੰਨਾ ਚਿਰ ਮੰਦਾ ਸੁਭਾਅ ਨਹੀਂ ਮਰਦਾ ਉਤਨਾ ਚਿਰ ਤੱਕ ਗਿਆਨ ਰੂਪੀ ਮੁਕਤੀ, ਪਰਮੇਸ਼ਰ ਦੀ ਪ੍ਰਾਪਤੀ ਰੂਪੀ ਕੋਈ ਵੀ ਕਾਰਜ, ਕੋਈ ਵੀ ਕੰਮ ਸਿੱਧ ਨਹੀਂ ਹੁੰਦਾ। ਨਾ ਮਨ ਮਰੈ ਨਾ ਕਾਰਜ ਹੋਏ। ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਧਾਂ ਨੂੰ ਕਹਿਣ ਲੱਗੇ ਹੇ ਸਿੱਧੋ, ਜਿੰਨਾ ਚਿਰ ਤੱਕ ਮਨ ਦਾ ਜਿਹੜਾ ਮੰਦਾ ਸੁਭਾਅ ਹੈ ਇਹ ਨਹੀਂ ਮਰਦਾ ਉਤਨਾ ਚਿਰ ਤੱਕ ਗਿਆਨ ਰੂਪੀ ਮੁਕਤੀ, ਉਹਨਾਂ ਚਿਰ ਗਿਆਨ ਮੁਕਤੀ ਪਰਮੇਸ਼ਰ ਦੀ ਪ੍ਰਾਪਤੀ ਦਾ ਕੋਈ ਵੀ ਕਾਰਜ ਸਿੱਧ ਨਹੀਂ ਹੁੰਦਾ। ਨਾ ਗਿਆਨ ਪ੍ਰਾਪਤ ਹੋਵੇ ਜਿੰਨਾ ਚਿਰ ਮਨ ਦਾ ਮੰਦਾ ਸੁਭਾਅ ਨਹੀਂ ਮਰਦਾ, ਨਾ ਮੁਕਤੀ ਪ੍ਰਾਪਤ ਹੋਵੇ, ਨਾ ਪਰਮੇਸ਼ਰ ਦੀ ਪ੍ਰਾਪਤੀ ਹੋਵੇ, ਇਹ ਸਾਰੇ ਕਾਰਜ ਉਨਾ ਚਿਰ ਸਿੱਧ ਨਹੀਂ ਹੁੰਦੇ। ਫਿਰ ਸਿੱਧ ਕਹਿਣ ਲੱਗੇ ਮਹਾਰਾਜ ਮਨ ਕਿਉਂ ਨਹੀਂ ਮਰਦਾ? ਫਿਰ ਤੁਸੀਂ ਕਹਿੰਦੇ ਹੋ ਕਿ ਮਨ ਦਾ ਮੰਦਾ ਸੁਭਾਅ ਨਹੀਂ ਮਰਦਾ ਜਿੰਨਾ ਚਿਰ, ਉਨਾ ਚਿਰ ਨਾ ਗਿਆਨ ਪ੍ਰਾਪਤ ਹੋ ਸਕਦਾ ਹੈ, ਨਾ ਮੁਕਤੀ ਹੋ ਸਕਦੀ ਹੈ, ਨਾ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਇਹ ਮਨ ਚੰਚਲ ਵਾਲਾ ਹੈ ਕਿ ਇਹ ਚਾਰੇ ਦਸੇ ਦਿਸ਼ਾਵਾਂ ਦੇ ਵਿੱਚ ਫਿਰਦਾ ਰਹਿੰਦਾ ਹੈ, ਪਰਮੇਸ਼ਰ ਦੇ ਨਾਮ ਵੱਲ ਨਹੀਂ ਲੱਗਦਾ। ਤੇ ਮਹਾਰਾਜ ਜੀ ਕਹਿਣ ਲੱਗੇ ਮਾਨ ਬਸ ਦੂਤਾਂ ਦੁਰਮਤ ਖੋਏ। ਮਹਾਰਾਜ ਜੀ ਕਹਿਣ ਲੱਗੇ ਹੇ ਸਿੱਧੋ, ਕਿਉਂਕਿ ਮਨ ਹੈ ਜਿਹੜਾ ਇਹ ਚਿੱਤ ਹੈ ਕਾਮ ਆਦਿਕ ਦੂਤਾਂ ਦੇ ਬਸ, ਦੂਤਾਂ ਦੇ ਅਧਿਆਨ ਹੈ ਕਿ ਦੂਤਾਂ ਦੇ ਬਸ ਹੈ ਇਹ, ਕਿ ਦੂਤਾਂ ਦੇ ਅਧੀਨ ਹੈ। ਮਾਨ ਬਸ ਦੂਤਾਂ ਕਿ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਸਿੱਧਾਂ ਨੂੰ ਕਹਿਣ ਲੱਗੇ ਕਿਉਂਕਿ ਇਹ ਮਨ ਹੈ ਜਿਹੜਾ ਇਹ ਚਿੱਤ ਹੈ ਕਾਮ ਆਦਿਕ ਦੂਤਾਂ ਦੇ ਬਸ ਹੈ, ਅਧੀਨ ਹੈ। ਜੋ ਕਾਮ ਵਾਸ਼ਨਾਵਾਂ ਹਨ ਜਾਂ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਇਹਨਾਂ ਦੇ ਬਸ ਹੈ, ਇਹਨਾਂ ਦੇ ਅਧੀਨ ਹੈ। ਇਸੇ ਕਰਕੇ ਇਹ ਮਰਦਾ ਨਹੀਂ, ਭਾਵ ਇਹ ਬਸ ਵਿੱਚ ਨਹੀਂ ਆਉਂਦਾ ਜੀਵ ਦੇ। ਦੁਰਮਤ ਦੋਏ ਅਤੇ ਦੁਰਮਤ ਖੋਟੀ ਮਤ ਹੋਣ ਕਰਕੇ ਦਵੈਤ ਨੂੰ ਹੀ ਚਿਤਾਰਦਾ ਰਹਿੰਦਾ ਹੈ, ਕੋਟੇ ਕੰਮਾਂ ਨੂੰ, ਕਿ ਦਵੈਤ ਦੇ ਵਿੱਚ ਲੱਗਿਆ ਰਹਿੰਦਾ ਹੈ। ਦੋਏ ਜੰਮਣ ਮਰਨ ਦੋਵੇਂ ਹੀ ਚਿੰਬੜੇ ਰਹਿੰਦੇ ਹਨ। ਇਸੇ ਕਰਕੇ ਇਹਨੂੰ
ਜਦੋਂ ਇਸ ਦਾ ਮੰਦਾ ਸੁਭਾਅ ਨਹੀਂ ਮਰਦਾ ਕਿ ਕਾਮ ਆਦਿਕ ਦੂਤਾਂ ਦੇ ਅਧੀਨ ਰਹਿੰਦਾ ਹੈ। ਖੋਟੀ ਮਤ ਹੋਣ ਕਰਕੇ ਇਹ ਦੁਆਇਤ ਦੇ ਵਿੱਚ ਲੱਗਿਆ ਰਹਿੰਦਾ ਹੈ। ਜੰਮਣ ਮਰਨ ਦੋਵੇਂ ਹੀ ਫਿਰ ਇਸ ਨੂੰ ਚਿੰਬੜੇ ਰਹਿੰਦੇ ਹਨ। ਖੋਟੇ ਪੁਰਸ਼ਾਂ ਦੀ ਦੁਰਮਤ ਦੋਏ ਦੁਰਮਤ ਖੋਟੇ ਪੁਰਸ਼ਾਂ ਦੀ ਸੰਗਤ ਕਿਉਂ ਹੋਈ? ਦਵੈਤ ਕਰਕੇ ਮਨ ਵਿੱਚ ਦਵੈਤ ਕਿਉਂ ਹੈ? ਕਾਮ ਆਦਿਕ ਦੂਤਾਂ ਦੀ ਸੰਗਤ ਕਰਕੇ ਇਹ ਮਹਾਰਾਜ ਜੀ ਕਹਿਣ ਲੱਗੇ ਜੰਮਣ ਮਰਨ ਦੇ ਵਿੱਚ ਲੱਗਿਆ ਰਹਿੰਦਾ ਹੈ। ਨਾ ਮਨ ਮਾਨੈ ਗੁਰ ਤੇ ਇੱਕ ਹੋਏ। ਜੇਕਰ ਗੁਰ ਸਤਿਗੁਰੂ ਸਾਹਿਬ ਜੀ ਤੋਂ ਉਪਦੇਸ਼ ਲੈ ਕੇ ਮਨ ਮੰਨ ਜਾਵੇ, ਮਨ ਮਾਨੈ ਗੁਰ ਤੇ, ਜੇਕਰ ਗੁਰ ਤੇ ਗੁਰੂ ਸਾਹਿਬ ਜੀ ਦੇ ਉਪਦੇਸ਼ ਲੈ ਕੇ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ, ਬਾਣੀ ਦਾ ਉਪਦੇਸ਼ ਹੈ, ਜੇਕਰ ਇਹ ਮਨ ਉਪਦੇਸ਼ ਲੈ ਕੇ ਚਿੱਤ ਦੇ ਵਿੱਚ ਵਸਾ ਲਵੇ, ਮੰਨ ਜਾਵੇ, ਤਾਂ ਇੱਕ ਹੋਏ, ਤਾਂ ਇੱਕ ਇਹ ਦਵੈਤ ਮਿਟਾ ਕਰਕੇ ਇੱਕ ਇੱਕੋ ਹੀ ਅਦਵੈਤ ਰੂਪ ਹੋ ਜਾਂਦਾ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਕਿ ਤੂੰ ਪਰਮੇਸ਼ਰ ਦੇ ਨਾਲੋਂ ਵਿਛੜ ਕੇ ਆਇਆ ਹੋਇਆ ਹੈ ਉਸ ਦੀ ਪਰਤਕ ਜੋਤ, ਤੂੰ ਉਸ ਦੇ ਨਾਲ ਹੀ ਮਿਲਣਾ ਕਰ, ਆਪਣੇ ਮੂਲ ਨੂੰ ਪਛਾਨਣਾ ਕਰ, ਕਿੱਥੋਂ ਆਇਆ ਹੈ, ਕੀ ਕਰਨ ਆਇਆ ਹੈ, ਕੀ ਕਰਨਾ ਹੈ। ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ ਮਨ ਮਾਨੈ ਗੁਰ ਤੇ। ਜੇਕਰ ਸਤਿਗੁਰੂ ਜੀ ਤੋਂ ਉਪਦੇਸ਼ ਲੈ ਕੇ ਇਹ ਮਨ ਮੰਨ ਜਾਵੇ ਤਾਂ ਇੱਕ ਹੋਏ, ਤਾਂ ਇੱਕੋ ਹੀ ਪਰਮੇਸ਼ਰ ਦਾ ਰੂਪ ਹੋ ਸਕਦਾ ਹੈ। ਮਹਾਰਾਜ ਜੀ ਕਹਿਣ ਲੱਗੇ ਨਿਰਗੁਣ ਰਾਮ ਗੁਣ ਹੈ ਬਸ ਹੋਏ। ਹੇ ਨਿਰਗੁਣ ਗੁਣਾ ਤੋਂ ਹੀਣੇ, ਹੇ ਨਿਰਗੁਣ ਗੁਣਾ ਤੋਂ ਹੀਣੇ ਜੀਵ ਪਰਮੇਸ਼ਰ ਕਿ ਪਰਮੇਸ਼ਰ ਗੁਣ ਹੈ ਸਭ ਗੁਣਾ ਕਰਕੇ ਬਸ ਅਧੀਨ ਹੁੰਦਾ ਹੈ। ਨਿਰਗੁਣ ਰਾਮ ਗੁਣ ਹੈ ਬਸ ਹੋਏ ਕਿ ਹੇ ਨਿਰਗੁਣ ਗੁਣਾ ਤੋਂ ਹੀਣੇ ਜੀਵ ਪਰਮੇਸ਼ਰ ਸਭ ਗੁਣਾ ਕਰਕੇ ਅਧੀਨ ਹੁੰਦਾ ਹੈ, ਬਸ ਹੁੰਦਾ ਹੈ। ਜੇ ਤੇਰੇ ਵਿੱਚ ਸਭ ਗੁਣ ਹੋਣਗੇ ਤਾਂ ਪਰਮੇਸ਼ਰ ਅਕਾਲ ਪੁਰਖ ਬਸ ਹੋਏਗਾ ਤੇ ਤੈਨੂੰ ਮਿਲੇਗਾ ਜੋ ਤਿੰਨਾਂ ਗੁਣਾਂ ਤੋਂ ਅਤੀਤ ਪਰਮੇਸ਼ਰ ਹੈ। ਉਹ ਸਭ ਗੁਣਾਂ ਦੇ ਸਹਿਤ ਹੋਏ ਭਗਤ ਜਨਾਂ ਦੇ ਬਸ, ਭਗਤ ਜਨਾਂ ਦੇ ਅਧੀਨ ਹੋ ਜਾਂਦਾ ਹੈ। ਫਿਰ ਮਹਾਰਾਜ ਜੀ ਸਿੱਧ ਕਹਿਣ ਲੱਗੇ ਉਹ ਪਰਮੇਸ਼ਰ ਭਗਤ ਜਨਾਂ ਦੇ ਅੰਦਰ ਕਿਵੇਂ ਵਸ ਜਾਂਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਆਪ ਨਿਵਾਰ ਵਿਚਾਰੇ ਸੋਏ ਰਹਾਉ। ਮਹਾਰਾਜ ਜੀ ਕਹਿਣ ਲੱਗੇ ਭਗਤਾਂ ਦੇ ਬਸ ਉਹ ਕਿਵੇਂ ਹੁੰਦਾ ਹੈ ਕਿ ਉਹ ਆਪ ਨਿਵਾਰ ਵਿਚਾਰੇ ਸੋਏ। ਭਗਤਾਂ ਨੇ ਆਪਣੇ ਅੰਤਸ ਕਰਨ ਆਪਣੇ ਹਿਰਦੇ ਦੇ ਅੰਦਰੋਂ ਕਾਰਨ ਸੂਖਮ ਸਥੂਲ ਦੇ ਇੰਦਰੇ ਰੂਪੀ ਆਪਾ ਭਾਵ ਦੀ ਨਿਵਰਤੀ ਕਰ ਦਿੱਤੀ ਹੈ। ਇਹਨਾਂ ਨੂੰ ਦੂਰ ਕਰ ਦਿੱਤਾ ਹੈ ਹਿਰਦੇ ਦੇ ਵਿੱਚੋਂ ਅਤੇ ਵਿਚਾਰੇ ਸੋਏ। ਸੋਏ ਉਹ ਬ੍ਰਹਮ ਨੂੰ ਵਿਚਾਰਦੇ ਹਨ। ਬ੍ਰਹਮ ਨੂੰ ਵਿਚਾਰਨ ਕਰਕੇ ਆਪਣੇ ਅੰਦਰੋਂ ਕਾਰਨ ਸੂਖਮ ਸਥੂਲ ਦੇ ਇੰਦਰੇ ਰੂਪੀ ਜਦੋਂ ਨਿਵਰਤ ਕਰ ਲਏ ਤਾਂ ਉਹਨਾਂ ਦੇ ਬਸ ਹੋ ਜਾਂਦਾ ਹੈ। ਮਨ ਭੁੱਲੋ ਬਹੁ ਚਿਤੈ ਵਿਕਾਰ। ਜਦੋਂ ਮਨ ਚਿੱਤ ਪਰਮੇਸ਼ਰ ਦੇ ਨਾਮ ਤੋਂ ਭੁੱਲ ਜਾਂਦਾ ਹੈ ਤਾਂ ਬਹੁ ਚਿਤੈ ਵਿਕਾਰ, ਬਹੁਤਿਆਂ ਕਾਮ ਆਦਿਕ ਵਿਕਾਰਾਂ ਨੂੰ ਚਿਤਵਦਾ ਰਹਿੰਦਾ ਹੈ। ਮਨ ਭੁੱਲੋ ਬਹੁ ਚਿਤੈ ਵਿਕਾਰ, ਜਦੋਂ ਮਨ ਪਰਮੇਸ਼ਰ ਦੇ ਨਾਮ ਤੋਂ ਭੁੱਲ ਜਾਂਦਾ ਹੈ ਤਾਂ ਬਹੁਤਿਆਂ ਕਾਮ ਆਦਿਕ ਵਿਕਾਰਾਂ ਨੂੰ ਚਿਤਵਦਾ ਰਹਿੰਦਾ ਹੈ। ਮਨ ਭੁੱਲੋ ਸਿਰ ਆਵੈ ਭਾਰ। ਜਦੋਂ ਮਨ ਚਿੱਤ ਦੇ ਵਾਹਿਗੁਰੂ
ਭੁੱਲਣ ਕਰਕੇ ਜੀਵ ਨੂੰ ਬਾਰ-ਬਾਰ ਮਾਤਾ ਦੇ ਗਰਭ ਵਿੱਚ ਸਿਰ ਆਵੈ ਭਾਰ, ਕਿ ਸਿਰ ਪਰਨੇ ਆਉਣਾ ਪੈਂਦਾ ਹੈ। ਮਨ ਦੇ ਭੁੱਲਣ ਕਰਕੇ ਇਸ ਦੇ ਸਿਰ ਤੇ ਪਾਪਾਂ ਦਾ ਭਾਰ ਆ ਜਾਂਦਾ ਹੈ। ਮਨ ਭੁੱਲੋ ਬਹੁ ਚਿਤੈ ਬਕਾਰ, ਜਦੋਂ ਮਨ ਇਹ ਚਿੱਤ ਪਰਮੇਸ਼ਰ ਦੇ ਨਾਮ ਨੂੰ ਭੁੱਲ ਜਾਂਦਾ ਹੈ ਤਾਂ ਬਹੁਤ ਚਿਤੈ ਵਿਕਾਰ, ਬਹੁਤੀਆਂ ਕਾਮ ਆਦਿਕ ਵਿਕਾਰਾਂ ਨੂੰ ਚਿਤਵਦਾ ਰਹਿੰਦਾ ਹੈ ਮਨ ਦੇ ਵਿੱਚ। ਕਿ ਚਿੱਤ ਦੇ ਵਾਹਿਗੁਰੂ ਵੱਲੋਂ ਭੁੱਲਣ ਕਰਕੇ, ਮਨ ਦੇ ਵਾਹਿਗੁਰੂ ਵੱਲੋਂ ਭੁੱਲਣ ਕਰਕੇ ਜੀਵ ਨੂੰ ਸਿਰ ਆਵੈ ਭਾਰ, ਕਿ ਬਾਰ-ਬਾਰ ਮਾਤਾ ਦੇ ਗਰਭ ਵਿੱਚ ਸਿਰ ਪਰਨੇ ਆਉਣਾ ਪੈਂਦਾ ਹੈ। ਕਿ ਜਦੋਂ ਬੱਚੇ ਦੀ ਪੈਦਾਇਸ਼ ਹੋ ਜਾਂਦੀ ਹੈ ਕਿ ਇਹ ਮਾਤਾ ਦੇ ਪੇਟ ਦੇ ਵਿੱਚ, ਗਰਭ ਦੇ ਵਿੱਚ ਸਿਰ ਪਰਨੇ ਰਹਿੰਦਾ ਹੈ ਉਤਨਾ ਚਿਰ ਜਿਤਨਾ ਚਿਰ ਇਸ ਦਾ ਜਨਮ ਨਹੀਂ ਹੁੰਦਾ। ਅਤੇ ਜਦੋਂ ਇਹ ਪਰਮੇਸ਼ਰ ਨੂੰ ਭੁੱਲਦਾ ਹੈ ਫਿਰ ਵਾਰ-ਵਾਰ ਆਉਣਾ ਪੈਂਦਾ ਹੈ। ਮਨ ਦੇ ਭੁੱਲਣ ਕਰਕੇ ਇਸ ਦੇ ਸਿਰ 'ਤੇ ਪਾਪਾਂ ਦਾ ਭਾਰ ਆ ਜਾਂਦਾ ਹੈ। ਮਨ ਮਾਨੈ ਹਰ ਏਕੰਕਾਰ, ਜੇਕਰ ਮਾਨ ਚਿੱਤ ਮੰਨ ਜਾਵੇ ਉਸ ਪਰਮੇਸ਼ਰ ਨੂੰ, ਕਿ ਜੇ ਇਹ ਮਾਨ ਮੰਨ ਜਾਵੇ, ਉਸ ਦੀ ਭਗਤੀ ਦੇ ਵਿੱਚ ਲੱਗ ਜਾਵੇ, ਤਾਂ ਹਰੀ ਏਕੰਕਾਰ, ਇੱਕ ਓੰਕਾਰ ਦਾ ਹੀ ਰੂਪ ਹੋ ਜਾਂਦਾ ਹੈ। ਮਨ ਮਾਨੈ ਹਰ ਏਕੰਕਾਰ, ਕਿ ਜਿਸ ਜੀਵ ਦਾ ਮਨ ਪਰਮੇਸ਼ਰ ਦੇ ਨਾਮ ਦੇ ਵਿੱਚ ਮੰਨ ਜਾਂਦਾ ਹੈ, ਕਿ ਮਨ ਨਾਮ ਜਪਣ ਨੂੰ ਮੰਨ ਜਾਂਦਾ ਹੈ, ਭਗਤੀ ਕਰਨ ਨੂੰ ਮਨ ਮੰਨ ਜਾਂਦਾ ਹੈ, ਤਾਂ ਹਰੀ ਏਕੰਕਾਰ, ਇੱਕ ਓੰਕਾਰ ਦਾ ਹੀ ਰੂਪ ਹੋ ਜਾਂਦਾ ਹੈ। ਉਹ ਰੂਪ ਪ੍ਰਾਪਤ ਹੋ ਜਾਂਦਾ ਹੈ ਜਦੋਂ ਗੁਰੂ ਸਾਹਿਬ ਜੀ ਦੇ ਮੰਤਰ ਨੂੰ ਮਨ ਮੰਨ ਲੈਂਦਾ ਹੈ। ਜਦੋਂ ਗੁਰੂ ਸਾਹਿਬ ਜੀ ਦਾ ਮੰਤਰ ਹੈ, ਜੋ ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ, ਕਿ ਜਦੋਂ ਇਹ ਜੀਵ ਦਾ ਮਨ ਗੁਰੂ ਦੇ ਮੰਤਰ ਨੂੰ ਵਾਹਿਗੁਰੂ ਵਾਹਿਗੁਰੂ ਜਪਣ ਨੂੰ ਮੰਨ ਲੈਂਦਾ ਹੈ, ਤਦ ਉਹ ਏਕੰਕਾਰ, ਇੱਕ ਓੰਕਾਰ ਪਰਮੇਸ਼ਰ ਦਾ ਰੂਪ ਹੀ ਹੋ ਜਾਂਦਾ ਹੈ। ਮਨ ਭੁੱਲੋ ਮਾਇਆ ਘਰ ਜਾਏ, ਇਹ ਮਨ ਇਹ ਚਿੱਤ ਭੁੱਲ ਵਿੱਚ ਹੀ ਪਿਆ ਰਹਿੰਦਾ ਹੈ ਅਤੇ ਮਾਇਆ ਘਰ ਜਾਏ, ਅਤੇ ਮਾਇਆ ਛਲ ਰੂਪੀ ਸੰਸਾਰ ਰੂਪੀ ਘਰ ਦੇ ਵਿੱਚ ਹੀ ਜਾਂਦਾ ਰਹਿੰਦਾ ਹੈ। ਜੋ ਮਾਇਆ ਛਲਦੀ ਹੈ ਕਿ ਮਾਇਆ ਦੇ ਘਰ ਦੇ ਵਿੱਚ, ਜਾਂ ਮਾਇਆ ਦਾ ਰਚਿਆ ਹੋਇਆ ਜੋ ਇਹ ਸੰਸਾਰ ਹੈ, ਇਸ ਦੇ ਵਿੱਚ ਹੀ ਉਲਝਿਆ ਰਹਿੰਦਾ ਹੈ। ਭਾਵ ਸੰਸਾਰ ਵਿੱਚ ਹੀ ਜੰਮਦਾ ਮਰਦਾ ਰਹਿੰਦਾ ਹੈ। ਮਾਇਕੀ ਘਰਾਂ ਵਿੱਚ ਜਾ ਕੇ ਕਾਮ ਵਿਕਾਰ ਦ੍ਰਿਸ਼ਟੀ ਵਿੱਚ ਵਿਰੋਧੋ ਵਿਸ਼ੇਸ਼ ਕਰਕੇ ਰੁਕਿਆ ਰਹਿੰਦਾ ਹੈ। ਕਾਮ ਵਿਰੋਧੋ ਰਹਿ ਨ ਠਾਏ, ਕਿ ਇਹ ਮਾਇਕੀ ਘਰਾਂ ਵਿੱਚ ਜਾ ਕੇ ਕਾਮ ਵਿਕਾਰ ਦ੍ਰਿਸ਼ਟੀ ਵਿੱਚ ਵਿਰੋਧੋ ਵਿਸ਼ੇਸ਼ ਕਰਕੇ ਰੁਕਿਆ ਰਹਿੰਦਾ ਹੈ। ਇਹ ਕਦੇ ਸਰੂਪ ਦੇ ਚਿੰਤਨ ਕਰਨ ਨੂੰ ਠਾਏ ਥਾਂ ਨਹੀਂ ਰਹਿੰਦਾ, ਕਿ ਪਰਮੇਸ਼ਰ ਦਾ ਨਾਮ ਜਪ ਕੇ ਉਸ ਦਾ ਘਰ ਪ੍ਰਾਪਤ ਕਰਨ ਵਾਸਤੇ ਇਹ ਟਿਕ ਕੇ ਨਹੀਂ ਰਹਿੰਦਾ। ਸਾਧ ਸੰਗਤ ਰੂਪੀ ਥਾਂ ਵਿੱਚ ਨਹੀਂ ਰਹਿੰਦਾ, ਜੋ ਸਤ ਸੰਗਤ ਹੁੰਦੀ ਹੈ, ਕਿ ਇਹ ਸਤ ਸੰਗਤ ਦੇ ਵਿੱਚ ਆ ਕੇ ਇਹ ਬੈਠਦਾ ਨਹੀਂ, ਅਤੇ ਇਸ ਨੂੰ ਇਸੇ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਹਾਰ ਭਜ ਪ੍ਰਾਣੀ ਰਸਨ ਰਸਾਏ, ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਪ੍ਰਾਣੀ, ਪ੍ਰਾਣ ਧਾਰੀ ਜੀਵ, ਤੇ ਜਿਤਨਾ ਚਿਰ ਤੇਰੇ 'ਚ ਸਵਾਸ ਚੱਲਦੇ ਹਨ ਉਤਨਾ ਚਿਰ ਤੂੰ ਪ੍ਰਾਣ ਧਾਰੀ ਹੈ, ਪ੍ਰਾਣ ਤੇਰੇ ਚੱਲ ਰਹੇ ਹਨ। ਕਿ ਜੇਕਰ ਇਹਨਾਂ ਦੁੱਖਾਂ ਤੋਂ ਛੁੱਟਣਾ ਹੈ, ਹੇ ਪ੍ਰਾਣ ਧਾਰੀ ਜੀਵ, ਜੇਕਰ ਇਹਨਾਂ ਦੁੱਖਾਂ ਤੋਂ ਛੁੱਟਣਾ ਹੈ ਤਾਂ ਰਸਨ ਰਸਾਏ, ਤਾਂ ਹਰੀ ਪਰਮੇਸ਼ਰ ਦਾ ਭਜਨ ਸਿਮਰਨ ਨੂੰ
ਰਸਨਾ ਦੁਆਰਾ ਰਸਾ ਰਸਾ ਕੇ, ਰਸ ਲੈ ਲੈ ਕੇ, ਭਾਵ ਪ੍ਰੇਮ ਰਸ ਵਿੱਚ ਆ ਕਰਕੇ ਉਸ ਪਰਮੇਸ਼ਰ ਦਾ ਨਾਮ ਜਪਣਾ ਕਰ। ਫੇਰ ਤੂੰ ਇਹਨਾਂ ਦੁੱਖਾਂ ਤੋਂ ਛੁੱਟ ਸਕੇਗਾ, ਜੰਮਣ ਮਰਨ ਤੋਂ ਬਚ ਜਾਏਗਾ, ਪੁੱਠਾ ਲਟਕਣ ਤੋਂ ਬਚ ਜਾਏਗਾ, ਬਾਰ-ਬਾਰ ਜੰਮਣਾ ਮਰਨਾ ਨਹੀਂ ਹੋਏਗਾ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸਮਝਾਉਣਾ ਕੀਤਾ ਹੈ ਕਿ ਜੇ ਇਸ ਦਾ ਮਨ ਮੰਨ ਜਾਏ ਤਾਂ ਪਰਮੇਸ਼ਰ ਦਾ ਨਾਮ ਜਪਣ ਲੱਗ ਜਾਏਗਾ। ਜੇ ਨਾਮ ਜਪਣ ਲੱਗ ਜਾਏਗਾ ਤਾਂ ਉਸ ਦਾ ਰੂਪ ਹੋ ਜਾਏਗਾ। ਜਦ ਉਸ ਦਾ ਰੂਪ ਹੋ ਗਿਆ ਤਾਂ ਜੰਮਣ ਮਰਨ ਦਾ ਗੇੜ ਕੱਟਿਆ ਜਾਏਗਾ। ਅਤੇ ਜੰਮਣ ਮਰਨ ਦਾ ਗੇੜ ਕੱਟਣ ਵਾਸਤੇ ਜੀਵ ਇੱਥੇ 84 ਲੱਖ ਜੂਨਾਂ ਭੋਗ ਕੇ ਆਉਂਦਾ ਹੈ। ਇੱਥੇ ਬਾਰੀ ਮਿਲੀ ਹੈ ਤਾਂ ਬਾਰੀ ਦੇ ਵਿੱਚ ਇਸ ਮਨੁੱਖਾ ਦੇਹੀ ਦੇ ਵਿੱਚ ਜੇਕਰ ਇਹਨਾਂ ਦੁੱਖਾਂ ਤੋਂ, ਜੰਮਣ ਮਰਨ ਤੋਂ ਤੇ ਜੰਮਣ ਮਰਨ ਤੋਂ ਛੁਟਕਾਰਾ ਪਾਉਣਾ ਹੈ, ਰਾਸਨ ਰਸਾਏ ਕਿ ਰਸਨਾ ਦੁਆਰਾ ਹਰੀ ਪਰਮੇਸ਼ਰ ਦੇ ਨਾਮ ਨੂੰ ਰਸਾ ਰਸਾ ਕੇ, ਰਸ ਲੈ ਲੈ ਕੇ, ਪ੍ਰੇਮ ਰਸ ਵਿੱਚ ਆ ਕੇ ਉਸ ਦਾ ਪਰਮੇਸ਼ਰ ਦਾ ਨਾਮ ਜਪਣਾ ਕਰੇ ਤਾਂ ਹੀ ਛੁਟਕਾਰਾ ਹੋਏਗਾ। ਅੱਗੇ ਮਹਾਰਾਜ ਜੀ ਸਮਝਾ ਰਹੇ ਹਨ ਇਹ ਜੀਵ ਕਿੰਨਾ ਕਿੰਨਾ ਚੀਜ਼ਾਂ ਦੇ ਵਿੱਚ ਉਲਝਿਆ ਪਿਆ ਹੈ ਕਿ ਇਹਨਾਂ ਦੇ ਵਿੱਚ ਉਲਝਣ ਕਰਕੇ ਇਹ ਆਪਣੀ ਬਾਜੀ ਨੂੰ ਹਾਰ ਰਿਹਾ ਹੈ। ਮਹਾਰਾਜ ਜੀ ਕਹਿਣ ਲੱਗੇ, ਗੈਬਰ ਹੈਬਰ ਕੰਚਨ ਸੁਤ ਨਾਰੀ, ਬਹੁਤ ਚਿੰਤਾ ਪਿੜ ਚਾਲੈ ਹਾਰੀ। ਕਿ ਜਿਹੜਾ ਗੈਬਰ ਸ੍ਰੇਸ਼ਟ, ਗੈ ਹਾਥੀ, ਕਿ ਜਿਹੜਾ ਸ੍ਰੇਸ਼ਟ ਹਾਥੀ ਤੇ ਸ੍ਰੇਸ਼ਟ ਘੋੜੇ, ਕੰਚਨ ਸੋਨਾ, ਸੁੱਤ ਪੁੱਤਰ ਅਤੇ ਨਾਰੀ ਇਸਤਰੀ ਆਦਿਕ ਮੋਹ ਦੇ ਵਿੱਚ ਫਸਿਆ ਹੋਇਆ ਹੈ। ਗੈਬਰ ਹੈਬਰ ਕੰਚਨ ਸੁੱਤ ਨਾਰੀ, ਗੈਬਰ ਹਾਥੀ, ਹੈਬਰ ਘੋੜੇ, ਕੰਚਨ ਸੋਨਾ, ਸੁੱਤ ਪੁੱਤਰ ਤੇ ਨਾਰੀ ਇਸਤਰੀ, ਕਿ ਇਹਨਾਂ ਦੇ ਮੋਹ ਵਿੱਚ ਫਸਿਆ ਹੋਇਆ ਹੈ। ਬਹੁਤ ਚਿੰਤਾ ਪਿੜ ਚਾਲੈ ਹਾਰੀ, ਕਿ ਇਹਨਾਂ ਦੀ ਇੱਛਾ ਰੱਖਦਾ ਹੈ ਉਹ ਬਹੁਤ ਚਿੰਤਾ ਸੋਗ ਫਿਕਰਾਂ ਦੇ ਸਹਿਤ ਹੋ ਕੇ ਮਨੁੱਖਾ ਜਨਮ ਰੂਪੀ ਪਿੜ ਬਾਜੀ ਨੂੰ ਇੱਥੇ ਹੀ ਹਾਰ ਕੇ ਚਲਿਆ ਜਾਂਦਾ ਹੈ। ਹੈਬਰ ਗੈਬਰ ਕੰਚਨ ਸੁਤ ਨਾਰੀ, ਬਹੁਤ ਚਿੰਤਾ ਪਿੜ ਚਾਲੈ ਹਾਰੀ, ਕਿ ਜਿਹੜਾ ਇਹ ਮਨੁੱਖ ਕਿ ਹਾਥੀ, ਘੋੜੇ, ਸੋਨਾ ਤੇ ਪੁੱਤਰ ਤੇ ਨਾਰੀ ਇਸਤਰੀ, ਕਿ ਇਹਨਾਂ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ, ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਇਹਨਾਂ ਦੀ ਇੱਛਾ ਰੱਖਦਾ ਹੈ, ਇੱਕੇ ਪਾਸੇ ਹੀ ਲੱਗਿਆ ਰਹਿੰਦਾ ਹੈ। ਕੰਮ ਵੀ ਕਰਨਾ ਹੈ, ਬੱਚੇ ਵੀ ਪਾਲਣੇ ਹਨ, ਪਰ ਕੁਝ ਸਮਾਂ ਪਰਮੇਸ਼ਰ ਦਾ ਨਾਮ ਵੀ ਜਪਣਾ ਚਾਹੀਦਾ ਹੈ। ਮਹਾਰਾਜ ਜੀ ਨੇ ਤਾਂ ਬਹੁਤ ਛੋਟ ਦਿੱਤੀ ਹੋਈ ਹੈ ਕਿ ਨਾਮ ਜਪ ਏਕ ਘੜੀ ਆਦੀ ਘੜੀ, ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੀ, ਜੋ ਕੀਨੋ ਸੋ ਲਾਭ। ਜਿੰਨਾ ਵੀ ਭਜਨ ਕਰੇਗਾ ਉਸੇ ਦਾ ਲਾਭ ਮਿਲੇਗਾ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਨਾਲ ਸਮਝਾਉਣਾ ਕੀਤਾ ਹੈ। ਜੂਐ ਖੇਲਣ ਕਾਚੀ ਸਾਰੀ, ਕਿ ਮਾਇਕੀ ਪਦਾਰਥਾਂ ਰੂਪੀ ਸੰਸਾਰ ਰੂਪੀ ਜੂਏ ਦੇ ਵਿੱਚ ਵਿਸ਼ਿਆਂ ਰੂਪੀ ਖੇਡ ਖੇਲਣ ਨਾਲ ਜਿੰਦ ਰੂਪੀ ਨਾਰਦ ਕੱਚੀ ਹੀ ਰਹਿੰਦੀ ਹੈ। ਜੂਐ ਖੇਲਣ ਕਾਚੀ ਸਾਰੀ, ਕਿ ਮਾਇਕੀ ਪਦਾਰਥਾਂ ਸੰਸਾਰ ਰੂਪੀ ਜੂਏ ਦੇ ਵਿੱਚ ਇਹ ਵਿਸ਼ਿਆਂ ਰੂਪੀ ਖੇਡ ਖੇਡਣ ਨਾਲ ਜਿੰਦ ਰੂਪੀ ਨਰਦ ਕੱਚੀ ਰਹਿੰਦੀ ਹੈ। ਪਹਿਲਾਂ ਜੋ ਪਾਸਾ ਖੇਡਦੇ ਸਨ ਪੁਰਾਣੇ ਸਮਿਆਂ ਦੇ ਵਿੱਚ, ਕੱਚੀਆਂ ਪੱਕੀਆਂ ਨਰਦਾਂ ਕਿਹਾ ਜਾਂਦਾ ਸੀ ਕਿ ਉਹ ਨਰਦਾਂ ਸਿੱਟਦੇ, ਉਹਨਾਂ ਦੇ ਨਿਸ਼ਾਨੀਆਂ ਲੱਗੀਆਂ ਵੀ ਕੱਚੀ ਬਾਹਰ ਨਿਕਲ ਜਾਂਦੀ, ਦੂਜੀਆਂ ਪੁੱਗ ਜਾਂਦੀਆਂ, ਉਹਨਾਂ ਨੂੰ ਕੱਚੀਆਂ ਪੱਕੀਆਂ ਉਹਨਾਂ ਨੇ ਬਣਾਈਆਂ ਸੀ। ਇਸੇ ਕਰਕੇ ਇਹ
ਇਸ ਦੇ ਵਿੱਚ ਉਦਾਹਰਨ ਦਿੱਤੀ ਹੈ, ਜੂਐ ਖੇਲਣ ਕਾਚੀ ਸਾਰੀ, ਕਿ ਇਹ ਜਿਹੜਾ ਜੀਵ ਹੈ ਮਾਇਕੀ ਪਦਾਰਥਾਂ ਦੇ ਵਿੱਚ, ਸੰਸਾਰ ਰੂਪੀ ਜੂਏ ਦੇ ਵਿੱਚ ਵਿਸ਼ਿਆਂ ਰੂਪੀ ਖੇਡ ਖੇਡਣ ਨਾਲ ਜਿੰਦ ਰੂਪੀ ਨਰਦ ਕੱਚੀ ਹੀ ਰਹਿੰਦੀ ਹੈ। ਸੰਪੋ ਸੰਚੀ ਭਏ ਵਿਕਾਰ, ਹਰਖ ਸੋਕ ਊਬੇ ਦਰਬਾਰ। ਮਹਾਰਾਜ ਜੀ ਕਹਿਣ ਲੱਗੇ, ਜਿੰਨੀ ਕਿਸੇ ਨੇ ਸੰਪੋ ਮਾਇਆ ਨੂੰ ਸੰਚੀ ਇਕੱਠਾ ਕੀਤਾ ਹੈ, ਕਰ ਲਿਆ ਹੈ, ਸੰਪੋ ਸੰਚੀ ਭਏ ਵਿਕਾਰ, ਜਿੰਨੀ ਕਿਸੇ ਨੇ ਮਾਇਆ ਨੂੰ ਇਕੱਠੀ ਕਰ ਲਿਆ ਹੈ, ਉਸ ਨਾਲ ਉਤਨੇ ਹੀ ਵਿਕਾਰ ਕਾਮ ਆਦਿਕ ਦੁੱਖ ਰੋਗ ਪੈਦਾ ਹੋਏ ਹਨ। ਸੰਪੋ ਸੰਚੀ ਕਿ ਭਏ ਵਿਕਾਰ, ਜਿੰਨੀ ਕਿਸੇ ਨੇ ਸੰਪੋ ਮਾਇਆ ਨੂੰ ਸੰਚੀ ਇਕੱਠੀ ਕਰ ਲਿਆ ਹੈ, ਉਸ ਨਾਲ ਉਤਨੇ ਹੀ ਵਿਕਾਰ ਕਾਮ ਆਦਿਕ ਦੁੱਖ ਰੋਗ ਪੈਦਾ ਹੋਏ ਹਨ। ਇਸ ਪ੍ਰਕਾਰ ਉਹਨਾਂ ਦੇ ਹਰਖ ਸੋਗ ਊਬੇ ਦਰਬਾਰ, ਕਿ ਇਸ ਪ੍ਰਕਾਰ ਉਹਨਾਂ ਨੇ ਦਰਬਾਰ ਅੰਦਰ ਭਾਵ ਅੰਤਸਕਰਨ ਵਿੱਚ, ਹਿਰਦੇ ਵਿੱਚ ਹਰ ਵੇਲੇ ਖੁਸ਼ੀ ਅਤੇ ਗਮੀ ਦੋਵੇਂ ਬਣੇ ਰਹਿੰਦੇ ਹਨ। ਕਿ ਜਿੰਨੀ ਵੀ ਮਾਇਆ ਇਕੱਠੀ ਕੀਤੀ ਤੇ ਉਸ ਨਾਲ ਜੇ ਇਹ ਵਿਕਾਰ ਕਰਮ ਕਰਦਾ ਹੈ, ਮਾਇਆ ਦੇ ਨਾਲ ਮਾੜੇ ਭੋਗ ਭੋਗਦਾ ਹੈ, ਕਿ ਇਸ ਪ੍ਰਕਾਰ ਉਹਨਾਂ ਦੇ ਅੰਦਰ, ਉਹਨਾਂ ਦੇ ਹਿਰਦੇ ਵਿੱਚ ਹਰ ਵੇਲੇ ਖੁਸ਼ੀ ਅਤੇ ਗਮੀ ਦੋਵੇਂ ਬਣੇ ਰਹਿੰਦੇ ਹਨ। ਜਦੋਂ ਮਾਇਆ ਲਾ ਕੇ ਕੋਈ ਭੋਗ ਭੋਗਦਾ ਹੈ, ਖੁਸ਼ੀ ਮੰਨਦਾ ਹੈ, ਤੇ ਜਦੋਂ ਉਸ ਦਾ ਮਾੜਾ ਰਿਜ਼ਲਟ ਭੋਗਣਾ ਪੈਂਦਾ ਹੈ, ਉਦੋਂ ਫਿਰ ਗਮੀ ਮੰਨਦਾ ਹੈ, ਬੁਰਾ ਮੰਨਦਾ ਹੈ। ਇਸ ਤਰ੍ਹਾਂ ਜੀਵ ਹਰਖ ਸੋਗ ਗਮੀ ਵਿੱਚ ਲੱਗ ਕਰਕੇ ਸੰਸਾਰ ਦੇ ਵਿੱਚ ਬਾਰ-ਬਾਰ ਆਉਂਦੇ ਜਾਂਦੇ ਰਹਿੰਦੇ ਹਨ, ਜੰਮਦੇ ਮਰਦੇ ਰਹਿੰਦੇ ਹਨ। ਉਹਨਾਂ ਦੇ ਇੰਦਰੀਆਂ ਰੂਪੀ ਦਰਾਂ ਵਿੱਚ ਹਰ ਵਕਤ ਹਰਖ ਸੋਗ ਚਿੰਬੜੇ ਰਹਿੰਦੇ ਹਨ, ਜਿਹੜੇ ਮਾਇਆ ਇਕੱਠੀ ਕਰਕੇ ਮਾਇਆ ਦੇ ਨਾਲ ਕਾਮ ਆਦਿਕ ਵਿਕਾਰਾਂ ਦੇ ਭੋਗ ਭੋਗਦੇ ਹਨ। ਉਹਨਾਂ ਦੇ ਅੰਦਰ ਭੋਗ ਭੋਗਣ ਵੇਲੇ ਖੁਸ਼ੀ, ਉਸ ਤੋਂ ਬਾਅਦ ਜਦੋਂ ਉਸ ਦਾ ਕੋਈ ਰਿਜ਼ਲਟ ਨਿਕਲਦਾ ਹੈ, ਉਦੋਂ ਫਿਰ ਗਮੀ ਦੇ ਵਿੱਚ ਰਹਿੰਦੇ ਹਨ। ਉਹ ਹਰ ਵਕਤ ਹਰਖ ਸੋਗ ਚੰਬੜੇ ਰਹਿੰਦੇ ਹਨ। ਮਹਾਰਾਜ ਜੀ ਅਗਲੇ ਪੰਗਤੀਆਂ ਦੇ ਵਿੱਚ ਸਮਝਾ ਰਹੇ ਹਨ, ਸੂਖ ਸਹਿਜੇ ਜਪ ਹਿਰਦੈ ਮਰਾਰ। ਤਤ ਸਿਧਾਂਤ ਦੀ ਪੰਗਤੀ ਹੈ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਹਿਰਦੇ ਵਿੱਚ ਮੁਰਾਰ ਮੁਰਾਰੀ ਪਰਮੇਸ਼ਰ ਨੂੰ ਜਾਪਣ ਕਰਕੇ ਸੁਭਾਵਕ ਹੀ ਆਤਮਿਕ ਸੁੱਖ, ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਮਾਇਆ ਚੰਗੇ ਕੰਮਾਂ 'ਤੇ ਲਾਉਣ ਵਾਸਤੇ ਹੈ, ਬੱਚੇ ਪਾਲਣ ਵਾਸਤੇ ਹੈ, ਵਿਕਾਰ ਭੋਗਣ ਵਾਸਤੇ ਨਹੀਂ, ਜਾਂ ਨਸ਼ੇ ਕਰਨ ਵਾਸਤੇ ਨਹੀਂ, ਕਿ ਇਸ ਨੂੰ ਸ਼ੁਭ ਥਾਮ 'ਤੇ ਲਾ ਕੇ ਕਿ ਹਿਰਦੇ ਵਿੱਚ ਮੁਰਾਰੀ ਪਰਮੇਸ਼ਰ ਨੂੰ ਜਪਣਾ ਕਰ, ਸੁਭਾਵਕ ਹੀ ਫਿਰ ਆਤਮਿਕ ਸੁੱਖ ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਜੇ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਏਗਾ, ਜਪਣਾ ਕਰੇਗਾ, ਮਾਇਆ ਨੂੰ ਚੰਗੇ ਥਾਂ ਵਰਤੇਗਾ, ਮਾੜੇ ਥਾਂ ਨਾ ਵਰਤੇਗਾ, ਤਾਂ ਫਿਰ ਆਨੰਦ ਦੀ ਪ੍ਰਾਪਤੀ ਹੋ ਜਾਏਗੀ, ਖੁਸ਼ੀਆਂ ਦੀ ਪ੍ਰਾਪਤੀ ਹੋ ਜਾਏਗੀ। ਅਗਲੇ 6ਵੇਂ ਪਦੇ ਦੇ ਅੰਦਰ ਮਹਾਰਾਜ ਜੀ ਸਮਝਾ ਰਹੇ ਹਨ, ਨਦਰ ਕਰੇ ਤਾਂ ਮੇਲ ਮਿਲਾਏ, ਗੁਣ ਸੰਗ੍ਰਹਿ ਔਗੁਣ ਸ਼ਬਦ ਜਲਾਏ, ਗੁਰਮੁਖ ਨਾਮ ਪਦਾਰਥ ਪਾਏ। ਮਹਾਰਾਜ ਜੀ ਕਹਿਣ ਲੱਗੇ, ਨਾਦਰ ਕਰੇ ਤਾਂ ਮੇਲ ਮਿਲਾਏ, ਜਿਨ੍ਹਾਂ ਉੱਤੇ ਗੁਰੂ ਸਾਹਿਬ ਜੀ ਕਿਰਪਾ ਦ੍ਰਿਸ਼ਟੀ ਕਰਦੇ ਹਨ, ਉਹਨਾਂ ਨੂੰ ਆਪਣੇ ਮੇਲ ਵਿੱਚ ਮਿਲਾ ਲੈਂਦੇ ਹਨ, ਆਪਣੇ ਨਾਲ ਜੋੜ ਲੈਂਦੇ ਹਨ, ਅਤੇ ਗੁਣ ਸੰਗ੍ਰਹਿ ਔਗੁਣ ਸ਼ਬਦ ਜਲਾਏ, ਉਹ ਗੁਰਸਿੱਖ ਫਿਰ ਸ਼ੁਭ ਗੁਣਾਂ ਦੇ ਤਾਂ ਹੀ ਇਕੱਤਰ ਕਰਦੇ ਹਨ, ਚੰਗੇ ਗੁਣ ਅੰਦਰ ਪੈਦਾ ਕਰਦੇ ਹਨ, ਅਤੇ ਗੁਰੂ ਸਾਹਿਬ ਜੀ ਦੇ ਸ਼ਬਦ
ਗੁਰੂ ਸਾਹਿਬ ਜੀ ਦੇ ਸ਼ਬਦ, ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕਰਕੇ ਔਗਣਾਂ ਨੂੰ ਜਾਲ ਦਿੰਦੇ ਹਨ, ਔਗਣਾਂ ਨੂੰ ਸਾੜ ਦਿੰਦੇ ਹਨ। ਜੇਕਰ ਅਕਾਲ ਪੁਰਖ ਕਿਰਪਾ ਦ੍ਰਿਸ਼ਟੀ ਕਰੇ ਤਾਂ ਗੁਰਾਂ ਦੇ ਮੇਲ ਵਿੱਚ ਮਿਲਾ ਦਿੰਦਾ ਹੈ। ਫਿਰ ਸਤਿਗੁਰੂਆਂ ਨਾਲ ਮਿਲ ਕਰਕੇ ਸਤ ਸੰਤੋਖ ਆਦਿਕ ਸੋਭ ਗੁਣਾ ਤਾਈ ਇਕੱਤਰ ਕਰੇ, ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਔਗਣਾਂ ਨੂੰ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਬ੍ਰਹਮ ਅਭਿਆਸ ਦੀ ਅਗਨੀ ਕਰਕੇ ਜਲਾਏ ਜਾਂਦੇ ਹਨ, ਸਾੜ ਦਿੱਤੇ ਜਾਂਦੇ ਹਨ। ਗੁਰਮੁਖ ਨਾਮ ਪ੍ਰਾਪਤ ਹੋ ਪਾਏ, ਗੁਰਮੁਖ ਨਾਮ ਪਦਾਰਥ ਪਾਏ। ਇਸ ਪ੍ਰਕਾਰ ਗੁਰਮੁਖ, ਗੁਰਾਂ ਦੇ ਸਨਮੁਖ ਰਹਿਣ ਵਾਲੇ ਸਿੱਖ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਰੂਪੀ ਪਦਾਰਥ, ਨਾਮ ਰੂਪੀ ਵਸਤੂ ਨੂੰ ਪ੍ਰਾਪਤ ਕਰ ਲੈਂਦੇ ਹਨ। ਕਿ ਜੋ ਨਾਮ ਰੂਪੀ ਵਸਤੂ ਹੈ ਇਹ ਜੀਵ ਆਤਮਾ ਦੀ ਖੁਰਾਕ ਹੈ। ਜੀਵ ਆਤਮਾ ਜਦੋਂ ਨਾਮ ਜਪੇਗੀ ਤਾਂ ਇਹ ਬਲਵਾਨ ਹੋ ਜਾਂਦੀ ਹੈ, ਤਕੜੀ ਹੋ ਜਾਂਦੀ ਹੈ। ਤਾਂ ਵਿਸ਼ੇ ਵਿਕਾਰਾਂ ਦੇ ਨਾਲ ਨਾਮ ਜਪਣ ਕਰਕੇ ਮੁਕਾਬਲਾ ਕਰਦੀ ਹੈ, ਵਿਸ਼ੇ ਵਿਕਾਰਾਂ ਤੋਂ ਦੂਰ ਹੋ ਜਾਂਦਾ ਹੈ। ਗੁਰਮੁਖ ਨਾਮ ਪਦਾਰਥ ਪਾਏ। ਇਸ ਪ੍ਰਕਾਰ ਗੁਰਮੁਖ, ਗੁਰਾਂ ਦੇ ਸਨਮੁਖ ਰਹਿਣ ਵਾਲੇ ਸਿੱਖ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਰੂਪੀ ਪਦਾਰਥ, ਨਾਮ ਰੂਪੀ ਵਸਤੂ ਨੂੰ ਪ੍ਰਾਪਤ ਕਰ ਲੈਂਦੇ ਹਨ। ਬਿਨ ਨਾਵੈ ਸਭ ਦੁਖ ਨਿਵਾਸ, ਮਨ ਮੁਖ ਮੂੜ ਮਾਇਆ ਚਿਤ ਵਾਸ। ਪਰਮੇਸ਼ਰ ਦੇ ਨਾਮ ਤੋਂ ਬਗੈਰ, ਬਿਨ ਨਾਵੈ, ਪਰਮੇਸ਼ਰ ਦੇ ਨਾਵੈ ਨਾਮ ਤੋਂ ਬਿਨ ਬਗੈਰ ਸਭ ਦੁਖ ਨਿਵਾਸ। ਕਿ ਜੰਮਣ ਮਰਨ ਰੂਪ ਆਦਿਕ ਸਾਰੇ ਦੁੱਖਾਂ ਵਿੱਚ ਜੀਵ ਦਾ ਨਿਵਾਸ ਵਾਸਾ ਹੁੰਦਾ ਹੈ। ਜਿੰਨਾ ਕਿਸੇ ਦਾ ਘਰ ਵਿੱਚ ਨਿਵਾਸ ਹੈ, ਜਿੰਨਾ ਕਿਸੇ ਦਾ ਘਰ ਵਿੱਚ ਨਿਵਾਸ ਹੈ, ਪਦਾਰਥਾਂ ਵਿੱਚ ਨਿਵਾਸ ਹੈ, ਵਾਸਨਾ ਵਿੱਚ ਨਿਵਾਸ ਹੈ, ਸਾਰਾ ਦੁੱਖ ਹੀ ਹੈ। ਮਨਮੁਖ ਮੂੜ ਮਾਇਆ ਚਿਤ ਵਾਸ। ਕਿ ਮਨ ਮੁਖ, ਮਨ ਮਤ ਧਾਰਨ ਵਾਲਾ ਜੀਵ ਇੰਨਾ ਮੂਰਖ ਬੇਸਮਝ ਹੋ ਜਾਂਦਾ ਹੈ ਕਿ ਇਤਨਾ ਬੇਸਮਝ ਮੂਰਖ ਹੋ ਜਾਂਦਾ ਹੈ ਜੋ ਮਨਮਤ ਧਾਰਨ ਕਰਨ ਵਾਲਾ ਹੈ। ਹਰ ਵਕਤ ਇਸ ਦੇ ਚਿੱਤ, ਇਸ ਦੇ ਮਨ ਵਿੱਚ ਮਾਇਆ ਹੀ ਵਸਦੀ ਰਹਿੰਦੀ ਹੈ। ਇਸ ਦਾ ਚਿੱਤ ਮਾਇਆ ਵਿੱਚ ਹੀ ਵਸਦਾ ਰਹਿੰਦਾ ਹੈ। ਗੁਰਮੁਖ ਗਿਆਨ ਧੁਰ ਕਰਮ ਲਿਖਿਆਸ। ਗੁਰਮੁਖ ਗਿਆਨ ਧੁਰ ਕਰਮ ਲਿਖਿਆਸ। ਜਦੋਂ ਦਰਗਾਹੋਂ ਸੋਭ ਕਰਮ ਨਿਸਕਾਮ ਕਰਮਾਂ ਦਾ ਲਿਖਿਆਸ ਲਿਖੇ ਹੋਏ ਅਨੁਸਾਰ ਗੁਰਮੁਖ ਜਨਾਂ ਦੇ ਸਰੂਪ ਦੇ ਬੋਧ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰਮੁਖ ਗਿਆਨ ਧੁਰ ਕਰਮ ਲਿਖਿਆਸ। ਧੁਰ ਧੁਰੋਂ ਦਰਗਾਹੋਂ ਸੋਭ ਕਰਮ ਨਿਸਕਾਮ ਕਰਮਾਂ ਦੇ ਲਿਖੇ ਹੋਏ ਅਨੁਸਾਰ ਗੁਰਮੁਖ ਜਨਾਂ ਨੇ ਸਰੂਪ ਦੇ ਗਿਆਨ ਦੀ ਪ੍ਰਾਪਤੀ ਕੀਤੀ ਹੈ। ਮਨ ਚੰਚਲ ਧਾਵਤ ਫੁਨ ਆਵੈ, ਸਾਚੇ ਸੂਚੇ ਮੈਲ ਨਾ ਭਾਵੈ। ਮਹਾਰਾਜ ਜੀ ਕਹਿਣ ਲੱਗੇ ਮਨ ਚੰਚਲ, ਇਹ ਮਨ, ਇਹ ਚਿੱਤ ਬਾਂਦਰ ਦੀ ਨਿਆਈ ਚੰਚਲ, ਸਥਿਰ ਨਹੀਂ ਹੈ, ਟਿਕ ਕੇ ਨਹੀਂ ਰਹਿੰਦਾ। ਧਾਵਤ ਫੁਨ ਆਵੈ, ਕਿ ਇਹ ਧਾਵਤ ਧਾ ਜਾਣ ਵਾਲੇ, ਭੱਜ ਜਾਣ ਵਾਲੇ ਨਾਸਵੰਤ ਪਦਾਰਥਾਂ ਦੀ ਧੌਣੀ ਵਿੱਚ ਮੁੜ ਮੁੜ ਕੇ ਦੌੜ ਕੇ ਜਾਂਦਾ ਹੈ। ਮਨ ਚੰਚਲ ਧਾਵਤ ਫੁਨ ਧਾਵੈ, ਕਿ ਇਹ ਮਨ, ਇਹ ਚਿੱਤ ਬਾਂਦਰ ਦੀ ਨਿਆਈ ਚੰਚਲ ਜਿਹੜਾ ਹੈ ਇਹ ਸਥਿਰ ਨਹੀਂ ਰਹਿੰਦਾ, ਟਿਕ ਕੇ ਨਹੀਂ ਰਹਿੰਦਾ। ਇਹ ਧਾਵਤ ਧਾ ਜਾਣ ਵਾਲੇ, ਭੱਜ ਜਾਣ ਵਾਲੇ ਨਾਸਵੰਤ ਪਦਾਰਥਾਂ ਦੀ ਧੌਣੀ ਦੇ
ਵਿੱਚ ਮੁੜ ਮੁੜ ਕੇ ਦੌੜ ਕੇ ਜਾਂਦਾ ਹੈ। ਸਾਚੇ ਸੂਚੇ ਮੈਲ ਨਾ ਭਾਵੈ, ਜਿਹੜੇ ਸਾਚੇ ਸੱਚੇ ਨਾਮ ਨੂੰ ਜਪ ਕਰਕੇ ਸੁੱਚੇ ਹੋ ਗਏ ਹਨ, ਉਹਨਾਂ ਨੂੰ ਮਾਇਆ ਦੀ ਇੱਛਾ ਰੂਪੀ ਅਵਿਦਿਆ ਰੂਪੀ ਪਾਪਾ ਰੂਪੀ ਮੈਲ ਗੰਦਗੀ ਨਹੀਂ ਭਾਉਂਦੀ, ਚੰਗੀ ਨਹੀਂ ਲੱਗਦੀ। ਨਾਨਕ ਗੁਰਮੁਖ ਹਰ ਗੁਣ ਗਾਵੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਗੁਰਮੁਖ ਗੁਰੂ, ਜੋ ਕਿ ਗੁਰਮੁਖ ਜਨ ਹਨ, ਉਹ ਹੀ ਹਰੀ ਦੇ ਗੁਣਾਂ ਨੂੰ, ਹਰੀ ਦੀਆਂ ਸਿਫਤਾਂ ਨੂੰ ਗਾ ਕੇ ਨਿਹਾਲ ਹੁੰਦੇ ਹਨ। ਨਾਨਕ ਗੁਰਮੁਖ ਹਰ ਗੁਣ ਗਾਵੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਜੋ ਗੁਰਮੁਖ ਜਨ ਹਨ, ਉਹ ਹੀ ਹਰੀ ਦੇ ਗੁਣਾਂ ਨੂੰ ਗਾ ਕੇ ਨਿਹਾਲ ਹੁੰਦੇ ਹਨ। ਗੁਰਮੁਖ ਜਨ ਗੁਰ ਉਪਦੇਸ਼ ਦੁਆਰਾ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ, ਪਰਮੇਸ਼ਰ ਦੀਆਂ ਸਿਫਤਾਂ ਕਰਦੇ ਹਨ। ਗੌੜੀ ਗੁਆਰੇਰੀ ਮਹੱਲਾ ਪਹਿਲਾ। ਹਉਮੈ ਕਰਤਿਆਂ ਨਹਿ ਸੁਖ ਹੋਏ, ਮਨ ਮਤ ਝੂਠੀ ਸੱਚਾ ਸੋਏ। ਸਗਲ ਬਗੂਤੇ ਭਾਵੈ ਦੋਏ, ਸੋ ਕਮਾਵੈ ਧੁਰ ਲਿਖਿਆ ਹੋਏ। ਗੁਰੂ ਨਾਨਕ ਦੇਵ ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਹਉਮੈ ਕਰਤਿਆਂ ਨਹਿ ਸੁਖ ਹੋਏ। ਕਹਿਣ ਲੱਗੇ, ਹੇ ਭਾਈ, ਜਿੰਨਾ ਚਿਰ ਜੀਵ ਹਉਮੈ ਹੰਗਤਾ ਮਮਤਾ ਕਰਦੇ ਹਨ, ਜਿੰਨਾ ਚਿਰ ਹੰਗਤਾ ਮਮਤਾ ਕਰਦੇ ਰਹਾਂਗੇ, ਹਉਮੈ ਕਰਤਿਆਂ ਨਹਿ ਸੁਖ ਹੋਏ। ਹੇ ਭਾਈ, ਜਿੰਨਾ ਚਿਰ ਹੰਗਤਾ ਮਮਤਾ ਹਉਮੈ ਕਰਦੇ ਰਹਾਂਗੇ, ਉਤਨਾ ਚਿਰ ਕਿਸੇ ਨੂੰ ਸੁੱਖ, ਕਿਸੇ ਨੂੰ ਆਨੰਦ ਸਰੂਪ ਦੀ ਪ੍ਰਾਪਤੀ ਨਹੀਂ ਹੋਵੇਗੀ। ਉਸ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਏਗੀ ਅਤੇ ਨਾ ਹੀ ਸੁੱਖਾਂ ਦੀ ਪ੍ਰਾਪਤੀ ਹੋਏਗੀ। ਜਿੰਨਾ ਚਿਰ ਕਿ ਹਉਮੈ ਦੇ ਵਿੱਚ ਰਹਾਂਗੇ, ਹੰਕਾਰ ਦੇ ਵਿੱਚ ਰਹਾਂਗੇ, ਭਾਵ ਕਿ ਜਦੋਂ ਇਸ ਜੀਵ ਦੇ ਅੰਦਰ ਹੰਕਾਰ ਆ ਜਾਂਦਾ ਹੈ, ਫਿਰ ਉੱਥੇ ਪਰਮੇਸ਼ਰ ਦਾ ਨਾਂ ਨਹੀਂ ਟਿਕਦਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇਕਠਾਏ। ਕਿ ਮਹਾਰਾਜ ਜੀ ਕਹਿਣ ਲੱਗੇ, ਹਉਮੈ ਕਰਤਿਆਂ ਨਹਿ ਸੁਖ ਹੋਏ, ਕਿ ਹੇ ਭਾਈ, ਜਿੰਨਾ ਚਿਰ ਹਉਮੈ ਮਮਤਾ ਕਰਦੇ ਰਹਾਂਗੇ, ਹੰਕਾਰ ਦੇ ਵਿੱਚ ਰਹਾਂਗੇ ਜਾਂ ਮਮਤਾ ਮੋਹ ਦੇ ਵਿੱਚ ਰਹਾਂਗੇ, ਉਨਾ ਚਿਰ ਕਿਸੇ ਨੂੰ ਸੁੱਖ, ਕਿਸੇ ਨੂੰ ਆਨੰਦ ਸਰੂਪ ਦੀ ਪ੍ਰਾਪਤੀ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਏਗੀ। ਨਾ ਹੀ ਪਰਮੇਸ਼ਰ ਦੀ ਪ੍ਰਾਪਤੀ ਅਤੇ ਨਾ ਹੀ ਸੁੱਖ ਪ੍ਰਾਪਤ ਹੋਣੇ ਹਨ। ਮਹਾਰਾਜ ਜੀ ਕਹਿਣ ਲੱਗੇ, ਮਨ ਮਤ ਝੂਠੀ ਸੱਚਾ ਸੋਏ। ਹੇ ਭਾਈ, ਮਨ ਮਤ, ਮਨ ਦੀ ਮਤ ਦੀ ਮੈਲ ਕਰਕੇ ਕਿ ਝੂਠੀ ਮਿਥਿਆ ਹੀ ਹੈ। ਇਹ ਜਿਹੜੀ ਮਨ ਦੀ ਮਤ ਹੈ, ਇਸ ਦੇ ਨਾਲ ਜੀਵ ਦੇ ਅੰਦਰ ਮੈਲ ਚਿੰਬੜਦੀ ਹੈ, ਇਹ ਝੂਠੀ ਹੈ। ਅਤੇ ਸੱਚਾ ਸੋਏ, ਸੋਏ ਉਹ ਪਰਮੇਸ਼ਰ ਸੱਚ ਸਰੂਪ ਹੈ, ਅਤੇ ਮਨ ਦੀ ਮਤ ਕੱਚੀ ਹੈ, ਝੂਠੀ ਹੈ, ਜਿਸ ਨਾਲ ਉਹ ਪਰਮੇਸ਼ਰ ਪ੍ਰਾਪਤ ਨਹੀਂ ਹੋ ਸਕਦਾ। ਕਿ ਮਨ ਦੀ ਮੈਲ ਹੈ ਜਿਹੜੀ, ਇਸ ਨਾਲ ਇਸ ਦੀ ਮਤ ਕੱਚੀ ਝੂਠੀ ਹੈ, ਇਸੇ ਕਰਕੇ ਇਸ ਨੂੰ ਉਸ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਗਲ ਬਗੂਤੇ ਭਾਵੈ ਦੋਏ, ਜਿਨ੍ਹਾਂ ਨੂੰ ਦੋਏ ਦਵੈਸ ਬੁਰਾ ਭਲਾ ਅਧਿਆਸ ਵੀ ਭਾਉਂਦਾ ਹੈ। ਸਗਲ ਬਗੂਤੇ ਭਾਵੈ ਦੋਏ, ਜਿਨ੍ਹਾਂ ਨੂੰ ਦਵੈਸ ਭਾਵ ਬੁਰਾ ਭਲਾ ਹੀ ਚੰਗਾ ਲੱਗਦਾ ਹੈ, ਉਹ ਸਗਲ ਸਾਰੇ ਹੀ ਬਗੁੱਤੇ ਖਰਾਬ ਹੁੰਦੇ ਹਨ, ਬੇਗਤੇ ਹੁੰਦੇ ਹਨ। ਕਿ ਜਿਨ੍ਹਾਂ ਨੂੰ ਦਵੈਸ ਬੁਰਾ ਭਲਾ ਭਾਉਂਦਾ ਹੈ, ਚੰਗਾ ਲੱਗਦਾ ਹੈ, ਉਹ ਸਾਰੇ ਹੀ
ਖਰਾਬ ਹੁੰਦੇ ਹਨ, ਬੇਗਤੇ ਹੁੰਦੇ ਹਨ। ਸੋ ਕਮਾਵੈ ਧੁਰ ਲਿਖਿਆ ਹੋਏ, ਸੋ ਉਹ ਹੀ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦੇ ਹਨ, ਜਿਨ੍ਹਾਂ ਦੇ ਮੱਥੇ ਤੇ ਧੁਰੋਂ ਦਰਗਾਹੋਂ ਈਸ਼ਰ ਨੇ, ਪਰਮੇਸ਼ਰ ਨੇ ਨਿਸਕਾਮ ਕਰਮਾਂ ਦਾ ਲੇਖ ਲਿਖਿਆ ਹੋਇਆ ਹੈ। ਐਸਾ ਜਗ ਦੇਖਿਆ ਜੁਆਰੀ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਅਜਿਹਾ ਜੁਆਰੀ, ਅਜਿਹਾ ਜੂਏਬਾਜ਼, ਮਸਕਰਾ, ਛਲ ਰੂਪੀ ਜਗਤ ਦੇਖਣਾ ਕੀਤਾ ਹੈ। ਜਿਹੜਾ ਇਹ ਜਗਤ ਹੈ, ਸੰਸਾਰ ਹੈ, ਇਹ ਜੁਆਰੀ ਜੂਏਬਾਜ਼ ਹੈ, ਮਸਕਰਾ ਹੈ, ਛਲ ਕਰਨ ਵਾਲਾ ਹੈ। ਇਹ ਦੇਖਣਾ ਕੀਤਾ ਹੈ। ਸਭ ਸੁੱਖ ਮੰਗੈ ਨਾਮ ਵਿਸਾਰੀ। ਮਹਾਰਾਜ ਜੀ ਕਹਿਣ ਲੱਗੇ, ਜੋ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਵਿਸਾਰੀ ਭੁਲਾ ਕਰਕੇ ਸਾਰੇ ਸੰਸਾਰ ਦੇ ਸੁੱਖ, ਸਾਰੇ ਸੰਸਾਰ ਦੇ ਆਨੰਦ ਨੂੰ ਮੰਗਦਾ ਹੈ। ਪਰ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਭੁਲਾ ਕਰਕੇ ਫਿਰ ਸਾਰੇ ਸੰਸਾਰ ਦੇ ਸੁੱਖ ਮੰਗਦਾ ਹੈ। ਇਹ ਅਜਿਹਾ ਸੰਸਾਰ ਜੁਆਰੀ ਹੈ, ਜੂਏਬਾਜ਼ ਹੈ, ਮਸਕਰਾ ਹੈ, ਛਲ ਰੂਪ ਹੈ ਕਿ ਇਹ ਪਰਮੇਸ਼ਰ ਦੇ ਨਾਮ ਨੂੰ ਵਿਸਾਰੀ ਬੈਠਾ ਹੈ, ਸੁੱਖ ਸਾਰੇ ਸੰਸਾਰ ਦੇ ਮੰਗਦਾ ਹੈ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਅਦਿਸ਼ਟ ਦਿਸੈ ਤਾਂ ਕਹਿਆ ਜਾਏ, ਬਿਨ ਦੇਖੇ ਕਹਿਣਾ ਬਿਰਥਾ ਜਾਏ। ਮਹਾਰਾਜ ਜੀ ਕਹਿਣ ਲੱਗੇ, ਜਿਹੜਾ ਪਰਮੇਸ਼ਰ ਅਦਿਸ਼ਟ ਦਿਸਣ ਤੋਂ ਰਹਿਤ ਹੈ, ਦੇਖਣ ਦੇ ਵਿੱਚ ਨਹੀਂ ਆਉਂਦਾ, ਜੇਕਰ ਉਸ ਦਾ ਕੋਈ ਰੂਪ, ਰੰਗ, ਆਕਾਰ ਆਦਿਕ ਦਿਖਾਈ ਦੇਵੇ ਤਾਂ ਹੀ ਕਹਿਆ ਜਾ ਸਕਦਾ ਹੈ, ਅਤੇ ਬਿਨ ਦੇਖੇ ਕਹਿਣਾ ਬਿਰਥਾ ਜਾਏ। ਅਤੇ ਉਸ ਪਰਮੇਸ਼ਰ ਨੂੰ ਬਿਨਾਂ ਦੇਖਣ ਤੋਂ ਕਹਿਣਾ ਸਭ ਬਿਰਥਾ, ਬੇਅਰਥ ਹੀ ਜਾਂਦਾ ਹੈ। ਕਿਹਾ ਨਹੀਂ ਜਾ ਸਕਦਾ ਕਿ ਉਸ ਦਾ ਕੋਈ ਰੰਗ ਰੂਪ ਨਹੀਂ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸਮਝਾਉਣਾ ਕੀਤਾ ਹੈ ਕਿ ਜੋ ਅਦ੍ਰਿਸ਼ਟ ਪਰਮੇਸ਼ਰ ਹੈ, ਉਹ ਸੁੱਧ ਭਾਵਨਾ ਕਰਕੇ ਹੰਗਤਾ ਮਮਤਾ ਤੋਂ ਰਹਿਤ ਹੋ ਕੇ ਆਪਣਾ ਆਪ ਸਰੂਪ ਦਿਸ ਜਾਂਦਾ ਹੈ, ਤਾਂ ਹੀ ਉਸ ਦਾ ਜਸ ਕਥਨ ਕੀਤਾ ਜਾ ਸਕਦਾ ਹੈ। ਸਰਦਾ ਭਾਵਨਾ ਤੋਂ ਬਿਨਾਂ ਸਰੂਪ ਦਿਸਦਾ ਨਹੀਂ ਹੈ, ਅਤੇ ਉਹਨਾਂ ਦਾ ਕਥਨ ਕਰਨਾ ਸਭ ਬੇਅਰਥ ਹੀ ਜਾਂਦਾ ਹੈ। ਜਿਨ੍ਹਾਂ ਦੀ ਗਿਆਨ ਦ੍ਰਿਸ਼ਟੀ ਜਾਗੀ ਨਹੀਂ ਅਤੇ ਦੇਹਾਂ ਦੀ ਕੈਦ ਵਿੱਚ ਪਏ ਹੋਏ ਹਨ, ਉਹਨਾਂ ਦਾ ਦੇਖੇ ਤੋਂ ਬਗੈਰ ਕਹਿਣਾ ਨਿਸਫਲ ਹੀ ਜਾਂਦਾ ਹੈ, ਬੇਅਰਥ ਹੀ ਜਾਂਦਾ ਹੈ। ਸਿੱਧ ਕਹਿਣ ਲੱਗੇ, ਹੇ ਮਹਾਰਾਜ, ਕਿਸੇ ਨੂੰ ਦਿਸਿਆ ਵੀ ਹੈ? ਮਹਾਰਾਜ ਜੀ ਕਹਿਣ ਲੱਗੇ, ਹਾਂ, ਕਿ ਗੁਰਮੁਖ ਦੀਸੈ ਸਹਿਜ ਸੁਭਾਏ, ਸੇਵਾ ਸੁਰਤ ਏਕ ਲਿਵ ਲਾਏ। ਕਿ ਹੇ ਭਾਈ, ਗੁਰਾਂ ਦੁਆਰਾ ਗੁਰਮੁਖ ਜਨਾਂ ਨੂੰ ਉਹ ਪਰਮਾਤਮਾ ਸਹਿਜ ਸੁਭਾਏ ਸੁਤੇ ਸਿੱਧ ਹੀ ਦਿਸ ਪੈਂਦਾ ਹੈ। ਗੁਰਮੁਖ ਦੀਸੈ ਸਹਿਜ ਸੁਭਾਏ। ਹੇ ਭਾਈ, ਗੁਰਾਂ ਦੁਆਰਾ, ਕਿ ਗੁਰਾਂ ਦੀ ਸਿੱਖਿਆ ਦੁਆਰਾ ਗੁਰੂ ਧਾਰਨ ਕਰਨ ਕਰਕੇ ਗੁਰਮੁਖਾਂ ਜਨਾਂ ਨੂੰ ਉਹ ਪਰਮਾਤਮਾ ਸਹਿਜ ਸੁਭਾਏ ਸੁਤੇ ਸਿੱਧ ਹੀ ਦਿਸ ਪੈਂਦਾ ਹੈ। ਸੇਵਾ ਸੁਰਤ ਏਕ ਲਿਵ ਲਾਏ, ਜਿਸ ਕਰਕੇ ਉਹ ਇੱਕ ਦੀ ਹੀ ਸੇਵਾ ਕਰਦੇ ਹਨ, ਉਸ ਪਰਮੇਸ਼ਰ ਦੀ ਹੀ ਸੇਵਾ ਭਾਵ ਉਸ ਦਾ ਸਿਮਰਨ ਕਰਦੇ ਹਨ, ਇੱਕ ਦੀ ਹੀ ਸੁਰਤ ਜੋੜ ਕੇ ਰੱਖਦੇ ਹਨ, ਉਸ ਪਰਮੇਸ਼ਰ ਦੇ ਵਿੱਚ ਸੁਰਤ ਜੋੜ ਕੇ ਰੱਖਦੇ ਹਨ, ਉਸੇ ਦਾ ਹੀ ਸਿਮਰਨ ਕਰਦੇ ਹਨ, ਅਤੇ ਇੱਕ ਵਿੱਚ ਹੀ ਲਿਵ ਬਿਰਤੀ ਲਾਈ ਰੱਖਦੇ ਹਨ। ਸਤਿਗੁਰਾਂ ਦੀ ਟਹਿਲ ਵਿੱਚ ਹੀ ਸਰੀਰ ਕਰਕੇ ਸੁਰਤ ਸ੍ਰੇਸ਼ਟ ਪ੍ਰੀਤੀ ਕਰਦੇ ਹਨ, ਅਤੇ ਮਨ ਕਰਕੇ ਉਸ ਇੱਕ ਅਦਵੈਤ ਸਰੂਪ ਵਿੱਚ ਬਿਰਤੀ ਲਾਉਂਦੇ ਹਨ। ਜਿਨ੍ਹਾਂ ਨੂੰ ਭਗਤੀ ਰੂਪੀ ਸੇਵਾ ਕਰਨ ਦੀ ਗਿਆਤ ਹੈ, ਉਹ ਇੱਕ ਪਰਮੇਸ਼ਰ ਵਿੱਚ ਬਿਰਤੀ ਲਾਈ ਰੱਖਦੇ ਹਨ, ਅਤੇ ਉਹਨਾਂ ਗੁਰਮੁਖ ਜਨਾਂ ਨੂੰ ਉਹ ਪਰਮਾਤਮਾ ਸੋਤੇ ਸਿੱਧ ਹੀ ਦਿਸ ਪੈਂਦਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ
ਸਮਝਾਉਣਾ ਕੀਤਾ ਹੈ ਕਿ ਭਾਈ ਜਿਹੜਾ ਇੱਕ ਪਰਮੇਸ਼ਰ ਦੇ ਨਾਲ ਲਿਵ ਬਿਰਤੀ ਲਾ ਕੇ ਉਸੇ ਦਾ ਹੀ ਨਾਮ ਜਪਦਾ ਹੈ, ਉਸੇ ਦਾ ਕੀ ਹੋ ਜਾਂਦਾ ਹੈ, ਤਾਂ ਉਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਇੱਥੇ ਹੀ ਸਮਾਂ ਹੋ ਚੁੱਕਿਆ ਹੈ ਕਿ ਗੁਰਬਾਣੀ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ, ਇੱਕ ਨਹੀਂ ਅਨੇਕਾਂ ਹੀ